ਕਪਿਆਲ ਜੀ ਬੀਜੇਪੀ ਨਾਲੋਂ ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜਿਆ, ਤੁਹਾਨੂੰ ਝਟਕਾ ਦਿੱਤਾ। ਜਿਹੜੀ ਉਹਨਾਂ ਦੀ ਜਿਹੜੀ ਦੋਗਲੀ ਨੀਤੀ ਸੀ ਉਹ ਸਾਹਮਣੇ ਆ ਗਈ। ਅਕਾਲੀ ਦਲ ਨਾਲ ਸਾਡਾ ਅਲਾਇੰਸ ਰਹਿੰਦੇ ਹੋਏ ਸਾਨੂੰ ਘੁਟਨ ਮਹਿਸੂਸ ਹੁੰਦੀ ਸੀ। ਅਸੀਂ ਪਿੰਡਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤੇ ਵੈਸੇ ਬੀਜੇਪੀ ਆਗੂ ਪਹਿਲਾਂ ਕਹਿੰਦੇ ਸੀ ਕਿ 9 ਮਾਸ ਦਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਨਾਲ, ਹੁਣ ਤੁਸੀਂ ਕਹਿੰਦੇ ਹੋ ਵੀ ਬੀਜੇਪੀ ਪੰਜਾਬ 'ਚ ਆਜ਼ਾਦ ਹੋਈ ਆ, ਕਿਵੇਂ ਕਰਦੇ ਹੋ ਇਹ ਗੱਲ ਤੁਸੀਂ? ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਕਿ ਅਣਗੌਲਿਆ ਕੀਤਾ ਜਾ ਰਿਹਾ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਪੁੱਛਿਆ ਨਹੀਂ ਜਾ ਰਿਹਾ ਸੀ। ਇਹਨਾਂ ਦੀ ਜਿਹੜੀ ਦੋਗਲੀ ਨੀਤੀ ਸੀ, ਪਰ ਅੱਜ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਕਿਤੇ ਜਗ੍ਹਾ ਨਹੀਂ ਮਿਲ ਰਹੀ, ਜ਼ਮੀਨ ਨਹੀਂ ਮਿਲ ਰਹੀ ਪੈਰ ਧਰਨ ਨੂੰ, ਇਹਨਾਂ ਨੇ ਸੋਚਿਆ ਵੀ ਹੋ ਸਕਦਾ ਇਸ ਤਰ੍ਹਾਂ ਨਾਲ ਸਾਡੇ ਜਿਹੜੇ ਲੋਕ ਨੇ ਪਿੱਛੇ ਲੱਗ ਜਾਣ, ਅਸੀਂ ਆਪਦੀ ਜਿਹੜੀ ਦੋਗਲੀ ਨੀਤੀ ਆ ਉਹ ਅਪਣਾਈਏ। ਵੀ ਇਹਨਾਂ ਦੇ ਝਾਸੇ 'ਚ ਆ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੁਹਾਡੇ ਸਿਰ ਤੇ ਰੋਟੀਆਂ ਸੇਕ ਰਹੀਆਂ ਨੇ, ਇਹਨਾਂ ਦੇ ਪਿੱਛੇ ਲੱਗ ਕੇ ਆਪਦਾ ਟਾਈਮ ਖਰਾਬ ਨਾ ਕਰੋ। ਅਸੀਂ ਤੁਹਾਡੇ ਨਾਲ ਆ, ਕੋਈ ਵਿਰੋਧੀ ਨਹੀਂ ਹੈਗੇ, ਤੁਹਾਡੇ ਬੱਚੇ ਆ। ਸਾਨੂੰ ਵੀ ਕਈ ਸਾਡੇ ਜਥੇਬੰਦੀ ਵਾਲੇ ਭਰਾ ਸਾਨੂੰ ਵੀ ਮਾੜਾ ਚੰਗਾ ਬੋਲਦੇ ਨੇ ਵੀ ਤੁਸੀਂ ਸਾਡੇ ਬੱਚੇ ਹੋ ਕੇ ਉਹਨਾਂ ਨਾਲ ਰਲ ਗਏ ਕਰਕੇ, ਪਰ ਜੇ ਅਸੀਂ ਉਹਨਾਂ ਨਾਲ ਆ ਉੱਥੇ ਅਸੀਂ ਗੱਲ ਕਰਦੇ ਹਾਂ ਕਿਸਾਨ ਦੀ, ਉੱਥੇ ਅਸੀਂ ਕਿਸੇ ਵਪਾਰੀ ਦੀ ਗੱਲ ਨਹੀਂ ਕਰਦੇ। ਇਹ ਭੁਲੇਖਾ ਮਨ 'ਚੋਂ ਸਾਡੇ ਕਿਸਾਨ ਭਰਾ ਨੇ ਜਿਹੜੇ ਉਹ ਕੱਢ ਦੇਣ ਵੀ ਕੋਈ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲੂ ਜਾਂ ਹੋਰ ਕਿਸੇ ਦੀ ਐਡੀ ਜ਼ਰੂਰਤ ਨਹੀਂ। ਸਾਡੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਸ਼ੇਰ ਨੇ, ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਕਬਜ਼ਾ ਕਰ ਲੂ, ਕੋਈ ਨਹੀਂ ਕਰ ਸਕਦਾ। ਨਹੀਂ, ਤੁਸੀਂ ਇਹ ਗੱਲ ਕਹੀ ਕਿ ਖੇਤੀ ਆਰਡੀਨੈਂਸ ਬਿੱਲ ਨੇ ਕਿਸਾਨ ਪੱਖੀ ਨੇ, ਸਾਰੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਇੱਕ ਪਾਸੇ ਹੋਈਆਂ ਪਈਆਂ ਨੇ, ਬੀਜੇਪੀ ਇੱਕ ਪਾਸੇ ਆ। ਬੀਜੇਪੀ ਸਹੀ ਆ ਜਾਂ ਦੂਜੀਆਂ ਗਲਤ ਨੇ? ਮੋਦੀ ਸਾਹਿਬ ਪੰਜਾਬ ਨੂੰ ਫੂਡ ਹੱਬ ਬਣਾਉਣ ਵਾਸਤੇ ਜਾ ਰਹੇ ਨੇ, ਮੈਂ ਨਹੀਂ ਸਮਝਦਾ ਵੀ ਇਹ 'ਚ ਕੀ ਗਲਤ ਕਰਤਾ। ਅਸੀਂ ਗੱਲ ਉਹ ਕਿਸਾਨ ਦੀ ਕਰ ਰਹੇ ਹਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਵੀ ਕਿਸਾਨ ਤਾਂ ਜੀ ਅਨਪੜ੍ਹ ਆ। ਮੈਨੂੰ ਤੁਸੀਂ ਦੱਸ ਦਿਓ, ਜੇ ਕਿਸਾਨ ਅਨਪੜ੍ਹ ਆ, ਉਹਨਾਂ ਦੇ ਬੱਚੇ ਅੱਜ ਬਾਹਰ ਭੱਜ ਰਹੇ ਨੇ ਜਿਹੜੇ ਆਈਲੈਟਸ ਕਰਕੇ ਉਹ ਪੜ੍ਹੇ ਲਿਖੇ ਨੇ, ਉਹ ਉਰੇ ਰਹਿਣਗੇ, ਆਪਦੇ ਮਾਂ-ਬਾਪ ਦੀ ਸੇਵਾ ਕਰਨਗੇ, ਇੱਥੇ ਨਾਲੇ ਕਾਰੋਬਾਰ ਕਰਨਗੇ। ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਨਾਲ ਆ, ਪਰ ਕਿਸਾਨਾਂ ਨੇ ਅਨਾਉਂਸਮੈਂਟਾਂ ਕਰਾਤੀਆਂ, ਮਤੇ ਪਾਸ ਕਰਤੇ ਕਿ ਬੀਜੇਪੀ ਨੂੰ ਪਿੰਡਾਂ 'ਚ ਵੜਨ ਨਹੀਂ ਦਿਆਂਗੇ, ਬੀਜੇਪੀ ਦੀ ਜੋ ਵੀ ਭਾਈਵਾਲ ਪਾਰਟੀ ਹੋਊਗੀ ਉਸ ਨੂੰ ਵੀ ਵੜਨ ਨਹੀਂ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਤੇ ਗੱਲ ਆ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਤੋੜਿਆ। ਹੁਣ ਤੁਸੀਂ ਆਉਣ ਵਾਲੀਆਂ ਚੋਣਾਂ 'ਚ ਕਿਵੇਂ ਵੜੋਗੇ ਜਦੋਂ ਲੋਕ ਤਾਂ ਕਹਿੰਦੇ ਨੇ ਅਸੀਂ ਬੀਜੇਪੀ ਨੂੰ ਵੜਨ ਨਹੀਂ ਦੇਣਾ? ਕੋਈ ਇਹੋ ਜਿਹੀ ਗੱਲ ਨਹੀਂ ਵੀ ਸਾਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ ਉਹਨਾਂ ਨੇ ਜਾਂ ਸਾਨੂੰ ਰੋਕਣਗੇ। ਉਹ ਜਿਹੜੀਆਂ ਰਾਜਨੀਤਿਕ ਕੁਝ ਪਾਰਟੀਆਂ ਨੇ ਉਹਨਾਂ ਦੀ ਸ਼ਰਾਰਤਬਾਜ਼ੀ ਆ ਇਹ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅੱਜ ਅਸੀਂ ਗੱਲ ਕਰਾਂਗੇ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ। ਖੇਤੀ ਆਰਡੀਨੈਂਸ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਕੁਰਸੀ ਛੱਡੀ। ਕੁਰਸੀ ਛੱਡਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਤੋਂ ਨਾਤਾ ਤੋੜ ਲਿਆ ਕਿ ਅਸੀਂ ਕਿਸਾਨਾਂ ਨਾਲ ਪਹਿਲਾਂ, ਸਾਨੂੰ ਗੱਠਜੋੜ ਪਿਆਰਾ ਨਹੀਂ, ਸਾਨੂੰ ਕਿਸਾਨ ਪਿਆਰੇ ਨੇ। ਇਸ ਵਿਸ਼ੇ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਬੀਜੇਪੀ ਦੇ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਮਨਿੰਦਰ ਸਿੰਘ ਕਪਿਆਲ ਮੌਜੂਦ ਨੇ, ਉਹਨਾਂ ਨਾਲ ਕਰਾਂਗੇ ਗੱਲਬਾਤ। ਮਨਿੰਦਰ ਸਿੰਘ ਕਪਿਆਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਕਪਿਆਲ ਜੀ, ਬੀਜੇਪੀ ਨਾਲੋਂ ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜਿਆ, ਤੁਹਾਨੂੰ ਝਟਕਾ ਦਿੱਤਾ, ਕੀ ਕਹੋਗੇ? ਮੈਂ ਸਮਝਦਾ ਵੀ ਇਹਦੇ ਵਿੱਚ ਭਾਜਪਾ ਨੂੰ ਝਟਕੇ ਵਾਲੀ ਕੋਈ ਗੱਲ ਨਹੀਂ। ਉਹਨਾਂ ਦੀ ਜਿਹੜੀ ਦੋਗਲੀ ਨੀਤੀ ਸੀ ਉਹ ਸਾਹਮਣੇ ਆ ਗਈ। ਦਿੱਲੀ ਦੇ ਵਿੱਚ ਉਹਨਾਂ ਦੀ ਜਿਹੜੀ ਗੱਲ ਹੋਰ ਹੁੰਦੀ ਸੀ ਕੋਈ, ਤੇ ਪੰਜਾਬ ਦੇ ਵਿੱਚ ਹੋਰ ਹੁੰਦੀ ਸੀ। ਅੱਜ ਬਹੁਤ ਸਾਡੇ ਵਰਕਰਾਂ ਦੇ ਮੈਨੂੰ ਵੀ ਸਵੇਰ ਤੋਂ ਲਗਾਤਾਰ ਫੋਨ ਆ ਰਹੇ ਨੇ, ਬੜਾ ਖੁਸ਼ੀ ਦਾ ਮਾਹੌਲ ਆ। ਮੈਂ ਸਮਝਦਾ ਵੀ ਅੱਜ ਜਿਹੜੀ ਪੰਜਾਬ ਦੀ ਬੀਜੇਪੀ ਆ ਉਹ ਅੱਜ ਪੂਰਨ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੀ ਆਜ਼ਾਦ ਹੋ ਗਈ ਆ ਅਕਾਲੀ ਦਲ ਦੇ ਨਾਲੋਂ ਨਾਤਾ ਤੋੜ ਕੇ। ਅਕਾਲੀ ਦਲ ਨਾਲ ਸਾਡਾ ਅਲਾਇੰਸ ਰਹਿੰਦੇ ਹੋਏ ਸਾਨੂੰ ਘੁਟਨ ਮਹਿਸੂਸ ਹੁੰਦੀ ਸੀ। ਅਸੀਂ ਪਿੰਡਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤੇ ਆਲਾ ਕਹਿੰਦਾ ਤੁਸੀਂ ਸਰਕਾਰ ਦੇ ਵਿੱਚ ਭਾਈਵਾਲ ਹੋ। ਅੱਜ ਜਿਹੜੀ ਲੁੱਟ ਹੋ ਰਹੀ ਆ, ਬੇਅਦਬੀ ਦੇ ਕਾਂਡ ਲਾ ਲਈਏ, ਚਾਹੇ ਹੋਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਉਸ ਟਾਈਮ ਦੇ ਵਿੱਚ ਸਾਹਮਣੇ ਆਈਆਂ। ਮੈਂ ਸਮਝਦਾ ਵੀ ਜਿਹੜਾ ਹੁਣ ਨਾਤਾ ਅਕਾਲੀ ਦਲ ਦਾ ਸਾਡੇ ਨਾਲੋਂ ਟੁੱਟ ਗਿਆ, ਇਹਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਆ ਪੰਜਾਬ ਦੇ ਵਿੱਚ ਪਿੰਡ ਪੱਧਰ ਦੇ ਉੱਤੇ ਜਾ ਕੇ ਆਪਣਾ ਕੰਮ ਕਰੂ, ਆਪਦੇ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰੂਗੀ ਤੇ ਕਿਸਾਨ ਭਾਈਚਾਰੇ ਦੀ ਆ ਜਿਹੜੀ ਬਾਂਹ ਫੜਨ 'ਚ ਕਾਮਯਾਬ ਹੋਊ। ਵੈਸੇ ਬੀਜੇਪੀ ਆਗੂ ਪਹਿਲਾਂ ਕਹਿੰਦੇ ਸੀ ਕਿ 9 ਮਾਸ ਦਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਨਾਲ, ਹੁਣ ਤੁਸੀਂ ਕਹਿੰਦੇ ਹੋ ਵੀ ਬੀਜੇਪੀ ਪੰਜਾਬ 'ਚ ਆਜ਼ਾਦ ਹੋਈ ਆ, ਕਿਵੇਂ ਕਰਦੇ ਹੋ ਇਹ ਗੱਲ ਤੁਸੀਂ? ਦੇਖੋ, ਪਹਿਲਾਂ ਵੱਡੇ ਬਾਦਲ ਸਾਹਿਬ ਦਾ ਜਿਹੜਾ ਬੜਾ ਪਾਰਟੀ ਦੇ ਵਿੱਚ ਐਨਡੀਏ ਦੇ ਵਿੱਚ ਸਤਿਕਾਰ ਸੀ ਤੇ ਉਹਨਾਂ ਨਾਲ ਹਮੇਸ਼ਾ ਜਿਹੜੇ ਸਾਡੇ ਅਟਲ ਬਿਹਾਰੀ ਮਾਨਯੋਗ ਵਾਜਪਾਈ ਸਾਹਿਬ ਜੀ, ਉਹਨਾਂ ਦਾ ਅਲਾਇੰਸ ਉਹਨਾਂ ਦੇ ਨਾਲ ਰਿਹਾ, ਬੜਾ ਵਧੀਆ ਚੱਲਿਆ।
ਤੇ ਉਸ ਤੋਂ ਬਾਅਦ ਹੁਣ ਆ ਕੇ ਜਿਹੜੀਆਂ ਬਹੁਤ ਸਾਰੀਆਂ ਇਹਦੇ ਵਿੱਚ ਖਾਮੀਆਂ ਜਿਹੜੀਆਂ ਆ ਗਈਆਂ ਤੀਆਂ, ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ। ਮੈਂ ਉਸ ਨੂੰ ਲੈ ਕੇ ਜਿਹੜਾ ਅੱਜ ਗੱਲ ਕੀਤੀ ਆ ਵੀ ਅਸੀਂ ਆਜ਼ਾਦ, ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਆਜ਼ਾਦ ਹੋ ਗਈ ਇਹਨਾਂ ਤੋਂ। ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਕਿ ਅਣਗੌਲਿਆ ਕੀਤਾ ਜਾ ਰਿਹਾ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਪੁੱਛਿਆ ਨਹੀਂ ਜਾ ਰਿਹਾ ਸੀ। ਪਿਛਲੇ ਸਮੇਂ 'ਚ ਤੁਸੀਂ ਲਾ ਲਓ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ 'ਚੋਂ ਆਊਟ ਕੀਤਾ ਗਿਆ, ਇੱਕ ਮੇਨ ਮੁੱਦਾ। ਤੁਸੀਂ ਵੀ ਪੰਜਾਬੀ ਹੋ, ਤੁਹਾਨੂੰ ਸਹੀ ਲੱਗਿਆ ਕਿ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ 'ਚੋਂ ਆਊਟ ਕੀਤਾ ਗਿਆ? ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਮਲੂਕਾ ਸਾਹਿਬ ਨੇ ਕਿਹਾ ਵੀ ਸਾਨੂੰ ਅਣਗੌਲਿਆ ਕੀਤਾ ਗਿਆ, ਇਹੀ ਜੀ ਮੈਂ ਨਹੀਂ ਸਮਝਦਾ ਵੀ ਕੋਈ ਗੱਲ ਹੈਗੀ ਆ। ਤੇ ਬੀਬੀ ਜੀ ਉੱਥੇ ਸਾਡੇ ਹਰਸਿਮਰਤ ਕੌਰ ਜੀ ਕੈਬਨਿਟ ਦਾ ਇੱਕ ਹਿੱਸਾ, ਤੇ ਸਭ ਤੋਂ ਪਹਿਲਾਂ ਜਿਹੜਾ ਆਰਡੀਨੈਂਸ ਦੀ ਗੱਲ ਕਰੀਏ, ਜੇ ਆਇਆ ਕੈਬਨਿਟ 'ਚ ਆਇਆ ਉਸ ਟਾਈਮ ਇਹਨਾਂ ਨੇ ਸਹਿਮਤੀ ਜਤਾਈ ਆ। ਉਦੋਂ ਬਾਅਦ 2-3 ਮਹੀਨੇ ਫਿਰ ਇਹ ਪ੍ਰਚਾਰ ਆਰਡੀਨੈਂਸ ਦਾ ਕਰਦੇ ਰਹੇ ਨੇ ਵੀ ਕਿਸਾਨਾਂ ਦੇ ਹੱਕ 'ਚ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉੱਥੋਂ ਚਿੱਠੀ ਲੈ ਕੇ ਆਏ ਨੇ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਤੋਂ, ਉਹਨਾਂ ਨੂੰ ਉਰੇ ਬੁਲਾ ਕੇ ਪ੍ਰੈਸ ਕਾਨਫਰੰਸ ਕਰਾਈ ਆ। ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹੀ ਗੱਲ ਹੈਗੀ ਆ ਵੀ ਇਹਨਾਂ ਨੂੰ ਅਣਗੌਲਿਆ ਕੀਤਾ ਗਿਆ। ਜਿਹੜਾ ਇੰਡੀਆ ਦੇ ਵਿੱਚ ਬੜਾ ਮਾਣ ਸਨਮਾਨ ਜਿਹੜਾ ਬਾਦਲ ਸਾਹਿਬ ਦੇ ਨਾਮ ਨੂੰ ਉਹਨਾਂ ਨੂੰ ਦਿੱਤਾ ਜਾਂਦਾ ਸੀ, ਪਰ ਇਹਨਾਂ ਦੀ ਜਿਹੜੀ ਦੋਗਲੀ ਨੀਤੀ ਸੀ, ਪਰ ਅੱਜ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਕਿਤੇ ਜਗ੍ਹਾ ਨਹੀਂ ਮਿਲ ਰਹੀ, ਜ਼ਮੀਨ ਨਹੀਂ ਮਿਲ ਰਹੀ ਪੈਰ ਧਰਨ ਨੂੰ, ਇਹਨਾਂ ਨੇ ਸੋਚਿਆ ਵੀ ਹੋ ਸਕਦਾ ਇਸ ਤਰ੍ਹਾਂ ਨਾਲ ਸਾਡੇ ਜਿਹੜੇ ਲੋਕ ਨੇ ਪਿੱਛੇ ਲੱਗ ਜਾਣ, ਅਸੀਂ ਆਪਦੀ ਜਿਹੜੀ ਦੋਗਲੀ ਨੀਤੀ ਆ ਉਹ ਅਪਣਾਈਏ, ਤਾਂ ਅੱਜ ਉਹ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਆ ਜਾਊਗਾ। ਤੁਹਾਨੂੰ ਕੀ ਲੱਗਦਾ, ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕਿਹਾ ਕਿ ਆਰਡੀਨੈਂਸ ਸਹੀ ਨੇ, ਉਸ ਤੋਂ ਬਾਅਦ ਕੁਰਸੀ ਛੱਡੀ ਕਿ ਆਰਡੀਨੈਂਸ ਗਲਤ ਨੇ, ਕਿਵੇਂ ਇਹ ਬਾਦਲ ਬਦਲਾਅ ਵਾਲੀ ਗੱਲ ਕਿਵੇਂ ਰਹੀ? ਇਹ ਤਾਂ ਦੇਖੋ, ਇਹ ਸਵਾਲ ਉਹਨਾਂ ਨੂੰ ਕਰੋ ਵੀ ਪਹਿਲਾਂ ਸਹੀ ਕਿਉਂ ਕਿਹਾ ਫਿਰ ਗਲਤ ਕਿਸ ਤਰ੍ਹਾਂ ਹੋ ਗਏ। ਮੈਂ ਸਮਝਦਾ ਉਹਨਾਂ ਦੀ ਦੋਗਲੀ ਨੀਤੀ ਸੀ। ਉਹ ਇੱਥੇ ਸਾਡੇ ਜਿਹੜਾ ਭਾਈਚਾਰਾ, ਕਿਸਾਨ ਭਾਈਚਾਰਾ, ਉਹਨੂੰ ਗੁੰਮਰਾਹ ਕਰ ਰਹੇ ਨੇ। ਦਿੱਲੀ ਦੇ ਵਿੱਚ ਉਸੇ ਆਰਡੀਨੈਂਸ ਦੇ ਉੱਤੇ ਸਹਿਮਤੀ ਜਤਾਉਂਦੇ ਨੇ, ਉਸ ਤੋਂ ਬਾਅਦ ਜਦੋਂ ਉਰੇ ਪੰਜਾਬ ਦਾ ਮਾਹੌਲ ਆ ਜਿਹੜਾ ਗਰਮ ਹੋ ਜਾਂਦਾ, ਕਿਸਾਨ ਸੜਕਾਂ 'ਤੇ ਆ ਜਾਂਦੇ ਨੇ, ਉਦੋਂ ਬਾਅਦ ਉਹ ਉਸ ਆਰਡੀਨੈਂਸ ਦੇ ਖਿਲਾਫ ਬੋਲਦੇ ਨੇ। ਇਹ ਉਹਨਾਂ ਨੂੰ ਤੁਸੀਂ ਸਵਾਲ ਕਰੋ ਵੀ ਇਹ ਕੀ ਕਾਰਨ ਆ, ਪਹਿਲਾਂ ਹੱਕ 'ਚ ਕਿਸ ਤਰ੍ਹਾਂ ਸੀ, ਬਾਅਦ 'ਚ ਉਹਦੇ ਉਲਟ ਕਿਵੇਂ ਹੋ ਗਏ। ਅਸੀਂ ਤਾਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ ਵੀ ਉਹਨਾਂ ਨਾਲੋਂ ਸਾਡਾ ਜਿਹੜਾ ਨਾਤਾ ਟੁੱਟ ਗਿਆ। ਅਸੀਂ ਆਪਦੇ ਭਾਈਚਾਰੇ ਨਾਲ ਖੜ੍ਹੇ ਆ। ਜੇ ਆਰਡੀਨੈਂਸਾਂ ਦੀ ਤੁਸੀਂ ਗੱਲ ਕਰੋ, ਸਭ ਤੋਂ ਪਹਿਲਾਂ ਮੈਂ ਇੱਕ ਕਿਸਾਨ ਆ, ਇੱਕ ਕਿਸਾਨ ਦਾ ਪੁੱਤ ਆ। ਮੈਂ ਬੜੀ ਛੋਟੀ ਉਮਰ 'ਚ ਇਹਨਾਂ ਕਿਸਾਨ ਜਥੇਬੰਦੀਆਂ ਨਾਲ 10-12 ਸਾਲ ਦੀ ਉਮਰ 'ਚ ਉਂਗਲ ਫੜ ਕੇ ਦਿੱਲੀ ਦੇ ਵਿੱਚ ਇਹਨਾਂ ਦੇ ਸੰਘਰਸ਼ਾਂ 'ਚ ਜਾਂਦਾ ਰਿਹਾ। ਉੱਥੇ ਦੇਖਿਆ ਸਾਡੇ ਕਿਸਾਨ ਭਰਾਵਾਂ ਦੇ ਹਾਲਾਤ ਕੀ ਹੁੰਦੇ, ਤੇ ਤੱਤੀਆਂ ਸੜਕਾਂ 'ਤੇ ਉਹਨਾਂ ਨੂੰ ਬੈਠ ਕੇ ਸੰਘਰਸ਼ ਕਰਨਾ ਪੈਂਦਾ ਸੀ 5-5 4-4 ਰੁਪਏ ਪਿੱਛੇ। ਪਰ ਅੱਜ ਜੇ ਸੋਚਿਆ ਕਿਸਾਨੀ ਦੇ ਬਾਰੇ ਸੋਚਿਆ ਤਾਂ ਉਹ ਮੋਦੀ ਸਾਹਿਬ ਨੇ ਸੋਚਿਆ, ਭਾਜਪਾ ਦੀ ਸਰਕਾਰ ਨੇ ਸੋਚਿਆ, ਚਾਹੇ 6-6 ਹਜ਼ਾਰ ਰੁਪਏ ਸਨਮਾਨ ਨਿਧੀ ਦੇ ਤੌਰ 'ਤੇ ਲਾ ਲਈਏ, ਚਾਹੇ ਜਿਹੜਾ ਰੇਹ ਸਾਨੂੰ ਅੱਗੇ ਡਾਂਗਾਂ ਖਾ ਕੇ ਲੈਣਾ ਪੈਂਦਾ ਸੀ, ਚਾਹੇ ਉਹਦੀ ਯੂਰੀਏ ਦੀ ਗੱਲ ਕਰ ਲਈਏ, ਚਾਹੇ ਇਹਨਾਂ ਆਰਡੀਨੈਂਸਾਂ ਦੀ ਗੱਲ ਕਰ ਲਈਏ। ਮੈਂ ਸਮਝਦਾ ਵੀ ਅੱਜ ਮਾਹੌਲ ਬੜਾ ਪੰਜਾਬ 'ਚ ਭਖਿਆ ਹੋਇਆ। ਸਾਡੇ ਕਿਸਾਨ ਭਰਾ ਕਈ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਇਸ ਤਰ੍ਹਾਂ ਜੀ ਉਹਨਾਂ ਨਾਲ ਖੜ੍ਹੇ ਹੋ, ਪਰ ਮੈਂ ਉਹਨਾਂ ਨੂੰ ਇੱਕ ਗੱਲ ਆਪਦੇ ਵੱਲੋਂ ਕਹਿਣੀ ਚਾਹੁੰਦਾ ਵੀ ਅਸੀਂ ਕਿਸੇ ਪਾਰਟੀ ਦੇ ਨੁਮਾਇੰਦੇ ਬਾਅਦ 'ਚ। ਸਭ ਤੋਂ ਪਹਿਲਾਂ ਇੱਕ ਕਿਸਾਨ ਆ, ਇੱਕ ਕਿਸਾਨ ਦਾ ਪੁੱਤ ਆ। ਮੈਂ ਖੇਤੀ ਕਰਦਾ, ਕੋਈ ਮੇਰੀ ਇੰਡਸਟਰੀ ਨਹੀਂ ਹੈਗੀ, ਕੋਈ ਮੇਰੀ ਮਿੱਲ ਨਹੀਂ ਲੱਗੀ ਹੋਈ, ਮੈਂ ਖੇਤੀ ਕਰਦਾ, ਪਰ ਮੈਂ ਇੱਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਜ਼ਰੀਏ ਉਹਨੂੰ ਆਰਡੀਨੈਂਸ ਨੂੰ ਪੜ੍ਹਿਆ। ਅਸੀਂ ਫਿਰ ਵੀ ਇਹਨਾਂ ਨੂੰ ਬੇਨਤੀ ਕਰਦੇ ਹਾਂ, ਸਾਰੇ ਕਿਸਾਨ ਭਾਈਚਾਰੇ ਨੂੰ, ਵੀ ਅਸੀਂ ਤੁਹਾਡੇ ਨਾਲ ਆ। ਜੇ ਕੋਈ ਇਹਦੇ ਵਿੱਚ ਕਮੀ ਆ, ਕੋਈ ਸ਼ੰਕੇ ਨੇ, ਤਾਂ ਸਾਡੇ ਨਾਲ ਚੱਲੋ, ਅਸੀਂ ਟੇਬਲ 'ਤੇ ਬੈਠ ਕੇ ਇਸ ਮਸਲੇ ਦਾ ਹੱਲ ਕਰਾਵਾਂ, ਤੁਹਾਡੇ ਨਾਲ ਖੜਾਂਗੇ। ਅਸੀਂ ਜੇ ਕੋਈ ਕਿਸਾਨਾਂ ਦੇ ਉੱਤੇ ਆਂਚ ਆਉਂਦੀ ਆ, ਅਸੀਂ ਖੂਨ ਦੇ ਆਖਰੀ ਕਤਰੇ ਤੱਕ ਲੜਾਈ ਲੜਾਂਗੇ, ਕਿਸਾਨਾਂ ਦੇ ਨਾਲ ਸੜਕਾਂ 'ਤੇ ਆ ਕੇ ਲੜਾਂਗੇ। ਪਰ ਇੱਕ ਵਾਰ ਇਹਦਾ ਮੈਂ ਸੋਚਦਾ ਵੀ ਜਿਹੜਾ ਹੱਲ ਆ ਸੜਕਾਂ 'ਤੇ ਆ ਕੇ ਨਹੀਂ, ਟੇਬਲ ਦੇ ਉੱਤੇ ਬੈਠ ਕੇ ਹੋਣਾ। ਟੇਬਲ ਦੇ ਉੱਤੇ ਅਸੀਂ ਖੇਤੀਬਾੜੀ ਮੰਤਰੀ ਜੀ ਸਾਡੇ ਬੈਠਣ ਨੂੰ ਤਿਆਰ ਨੇ, ਉਹਨਾਂ ਨਾਲ ਗੱਲ ਹੋਈ ਆ। ਉਹ ਕਹਿੰਦੇ ਚਾਹੇ ਸਾਨੂੰ ਪੰਜਾਬ ਸੱਦ ਲਓ, ਜਿੱਥੇ ਤੁਸੀਂ ਕਹੋ ਅਸੀਂ ਆ ਕੇ ਗੱਲ ਕਰਨ ਨੂੰ ਤਿਆਰ ਆ। ਸਾਡੀ ਗੱਲ ਚੱਲ ਵੀ ਰਹੀ ਹੈ ਕਿਸਾਨ ਜਥੇਬੰਦੀਆਂ ਨਾਲ। ਬੜੀ ਛੇਤੀ ਇਹ ਮਸਲਾ ਵੀ ਜਿਹੜਾ ਇਹ ਹੱਲ ਹੋ ਜੂ। ਅਸੀਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਆ। ਪੰਜਾਬ ਦੀ ਪੂਰੇ ਬੀਜੇਪੀ ਦੀ ਇਕਾਈ ਆ ਜਿਹੜੀ, ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ। ਕਿਸਾਨ ਨੂੰ ਕਿਸੇ ਵੀ ਪੱਧਰ 'ਤੇ ਕੋਈ ਇੱਕ ਪੈਸੇ ਦਾ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ। ਇਹਨਾਂ ਦੀ ਜਿਹੜੀ ਰਾਜਨੀਤੀ ਚੱਲ ਰਹੀ ਹੈ, ਕਾਂਗਰਸ ਦੀ, ਅਕਾਲੀ ਦਲ ਦੀ ਜਾਂ ਆਮ ਆਦਮੀ ਪਾਰਟੀ ਦੀ, ਇਹ ਅਸੀਂ ਚੱਲਣ ਨਹੀਂ ਜਾਵਾਂਗੇ। ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਮਾਝਾ ਸਾਹਿਬ, ਉਦੋਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕੀ ਆ। 10 ਦਿਨ ਨੂੰ ਸਭ ਤੋਂ ਪਹਿਲਾਂ ਫਸਲ ਆ ਜੂਗੀ ਸਾਡੀ, ਸਾਰਾ ਚਾਨਣ ਹੋ ਜਾਣਾ, ਇੱਕ ਦਾਣਾ ਚੱਕਿਆ ਜਾਣਾ। ਖਰੀਦ ਆ ਜਿਹੜੀ ਉਹ 27 ਤਰੀਕ ਤੋਂ ਸ਼ੁਰੂ ਹੋ ਗਈ, ਅਤੇ ਜਿਹੜੀਆਂ 2021 ਦੀਆਂ ਫਸਲਾਂ ਦੇ ਰੇਟ ਨੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਨੇ ਉਹ ਵੀ ਅਨਾਉਂਸ ਕਰਤੇ। ਜੇ ਸਾਡੀ ਨੀਤੀ ਮਾੜੀ ਹੁੰਦੀ ਫਿਰ ਅਸੀਂ ਉਹ ਕਾਹਦੇ ਵਾਸਤੇ ਕਰਨਾ? ਜੇ ਅਸੀਂ MSP ਤੋੜਨ ਦੀ ਗੱਲ ਕਰਦੇ ਨੇ, ਜੇ ਤੋੜਨਾ ਹੁੰਦਾ ਅਸੀਂ ਰੇਟ ਕਾਹਦੇ ਵਾਸਤੇ ਦਿੰਦੇ?
ਅਸੀਂ ਅੱਜ ਫਸਲ ਖਰੀਦਣ ਵਾਸਤੇ ਕਿਉਂ ਐਡੀ ਛੇਤੀ ਉਹ ਕਰਦੇ ਕਦਮ ਪੁੱਟਦੇ। ਪਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਆ, ਹਮੇਸ਼ਾ ਕਿਸਾਨਾਂ ਦੇ ਨਾਲ ਰਹੂ। ਕਿਸਾਨਾਂ ਦੀ ਲੜਾਈ, ਮੈਂ ਇੱਕ ਕਿਸਾਨ ਮੋਰਚੇ ਦਾ ਨੁਮਾਇੰਦਾ ਹੋਣ ਦੇ ਨਾਤੇ ਕਿਸਾਨਾਂ ਦੀ ਲੜਾਈ ਹੈ ਜਿਹੜੀ ਅਸੀਂ ਡਟ ਕੇ ਲੜਾਂਗੇ। ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ ਵੀ ਇਹਨਾਂ ਦੇ ਝਾਸੇ 'ਚ ਆ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੁਹਾਡੇ ਸਿਰ ਤੇ ਰੋਟੀਆਂ ਸੇਕ ਰਹੀਆਂ ਨੇ, ਇਹਨਾਂ ਦੇ ਪਿੱਛੇ ਲੱਗ ਕੇ ਆਪਦਾ ਟਾਈਮ ਖਰਾਬ ਨਾ ਕਰੋ। ਅਸੀਂ ਤੁਹਾਡੇ ਨਾਲ ਆ, ਕੋਈ ਵਿਰੋਧੀ ਨਹੀਂ ਹੈਗੇ, ਤੁਹਾਡੇ ਬੱਚੇ ਆ। ਸਾਨੂੰ ਵੀ ਕਈ ਸਾਡੇ ਜਥੇਬੰਦੀ ਵਾਲੇ ਭਰਾ ਸਾਨੂੰ ਵੀ ਮਾੜਾ ਚੰਗਾ ਬੋਲਦੇ ਨੇ ਵੀ ਤੁਸੀਂ ਸਾਡੇ ਬੱਚੇ ਹੋ ਕੇ ਉਹਨਾਂ ਨਾਲ ਰਲ ਗਏ ਕਰ ਗਏ। ਪਰ ਜੇ ਅਸੀਂ ਉਹਨਾਂ ਨਾਲ ਆ, ਉੱਥੇ ਅਸੀਂ ਗੱਲ ਕਰਦੇ ਹਾਂ ਕਿਸਾਨ ਦੀ, ਉੱਥੇ ਅਸੀਂ ਕਿਸੇ ਵਪਾਰੀ ਦੀ ਗੱਲ ਨਹੀਂ ਕਰਦੇ। ਜਦੋਂ ਦਿੱਲੀ ਦੇ ਵਿੱਚ ਮੀਟਿੰਗ ਹੁੰਦੀ ਆ, ਪਿਛਲੇ ਦਿਨਾਂ 'ਚ ਸਾਡੀ ਚੰਡੀਗੜ੍ਹ ਮੀਟਿੰਗ ਹੋਈ, ਉੱਥੇ ਅਸੀਂ ਕਿਸਾਨ ਦੀ ਗੱਲ ਰੱਖੀ, ਕਿਸਾਨ ਦੀ ਜਿਹੜੀ ਆਵਾਜ਼ ਆ ਉੱਥੇ ਉਠਾਈ। ਜੇ ਅਸੀਂ ਪਾਰਟੀ ਦੇ ਵਿੱਚ ਆ ਤਾਂ ਕਿਸਾਨ ਦੇ ਪੁੱਤ ਆ, ਕਿਸਾਨ ਦੀ ਗੱਲ ਕਰਾਂਗੇ। ਅੱਜ ਵੀ ਅਸੀਂ ਕਹਿ ਰਹੇ ਹਾਂ ਵੀ ਸਾਡੇ ਨਾਲ ਚੱਲੋ, ਬਾਰ-ਬਾਰ ਕਹਿ ਰਿਹਾ, ਮੈਂ ਪ੍ਰੈਸ ਦੇ ਜ਼ਰੀਏ ਵੀ ਕਹਿ ਰਿਹਾ ਵੀ ਸਾਡੇ ਨਾਲ ਚੱਲੋ, ਅਸੀਂ ਇਹਨੂੰ ਹੱਲ ਕਰਾਵਾਂ। ਜੇ ਤੁਹਾਡੀ ਕੋਈ ਸ਼ੰਕਾ ਉਹ ਦੂਰ ਕਰਾਂਗੇ। ਨਹੀਂ, ਤੁਸੀਂ ਕਹਿ ਰਹੇ ਹੋ ਕਿਸਾਨ ਆਰਡੀਨੈਂਸ ਅਸੀਂ ਪੜ੍ਹਿਆ, ਕਿਸਾਨ ਕਹਿ ਰਹੇ ਨੇ ਕਿ ਕਿਸਾਨ ਨੂੰ ਬਰਬਾਦ ਕਰ ਦੂ, MSP ਟੁੱਟ ਜੂਗੀ, ਫਸਲ ਵੇਚਣ ਦੀ ਜਿਵੇਂ ਮੱਕੀ ਦਾ ਮਾੜਾ ਹਾਲ ਹੋਇਆ ਉਵੇਂ ਇਹ ਫਸਲਾਂ ਦਾ ਹੋਊਗਾ। ਇਸ ਨੂੰ ਕਿਵੇਂ ਲੈਂਦੇ ਹੋ ਤੁਸੀਂ? ਜਿਹੜੀ ਗੱਲ ਮਾਝਾ ਸਾਹਿਬ ਤੁਸੀਂ ਮੱਕੀ ਦੀ ਗੱਲ ਕਰਦੇ ਹੋ, ਇਹਨਾਂ ਨੂੰ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਧਿਆਨ 'ਚ ਰੱਖ ਕੇ ਜਿਹੜੇ ਆਰਡੀਨੈਂਸ ਲਿਆਂਦੇ ਗਏ ਨੇ। ਹੁਣ ਇਸ ਤੋਂ ਬਾਅਦ ਆਰਡੀਨੈਂਸ ਆਉਣ ਨਾਲ ਕੀ ਹੋਣਾ, ਜਿਹੜਾ ਫਸਲ ਦਾ ਰੇਟ ਆ ਸਾਨੂੰ ਪਹਿਲਾਂ ਪਤਾ ਲੱਗ ਜਾਣਾ। ਪਹਿਲਾਂ ਕੀ ਸੀ, ਅਸੀਂ ਫਸਲ ਬੀਜਤੀ, ਸਾਨੂੰ ਪਤਾ ਨਹੀਂ ਇਹਦਾ ਕੀ ਰੇਟ ਲੱਗਣਾ। ਜਦੋਂ ਮਾਰਕੀਟ 'ਚ ਆਈ ਉਦੋਂ ਜਿਹੜਾ ਵਿਚੋਲੀਆ ਤਾਕੂਗਾ ਸੀ ਉਹ ਸਾਡੀ ਲੁੱਟ ਕਰਨ ਵਾਸਤੇ ਮੋਨੋਪਲੀ ਕਰ ਲੈਂਦਾ ਸੀ। ਪਰ ਅੱਜ ਸਾਡੇ ਨਾਲ ਐਗਰੀਮੈਂਟ ਹੋਊ, ਸਾਨੂੰ ਪਹਿਲਾਂ ਪਤਾ ਲੱਗੂ। ਜਿਹੜਾ ਐਗਰੀਮੈਂਟ ਹੋ ਗਿਆ ਉਹ ਤੋਂ ਕੋਈ ਭੱਜ ਨਹੀਂ ਸਕਦਾ। ਉਹਦੇ ਵਿੱਚ ਪੂਰੀ ਤਰ੍ਹਾਂ ਨਾਲ ਸਰਕਾਰ ਜਿਹੜੀ ਇਨਵੋਲਵ ਆ, ਕੋਈ ਵੀ ਭੱਜ ਨਹੀਂ ਸਕਦਾ। ਇੱਕ ਗੱਲ ਮੈਂ ਹੋਰ ਦੱਸ ਦੇਣੀ ਚਾਹੁੰਦਾ, ਜਿਹੜੇ ਭਰਮ ਭੁਲੇਖੇ ਜਿਹੜੇ ਪਾਏ ਜਾ ਰਹੇ ਨੇ, ਜਿਹੜਾ ਕਿਹਾ ਜਾਣਾ ਵੀ ਤੁਹਾਡੀ ਜ਼ਮੀਨ ਦਾ ਐਗਰੀਮੈਂਟ ਕਰਕੇ ਉਹਨੂੰ ਦੱਬ ਲੈਣਗੀਆਂ ਜਿਹੜੀਆਂ ਕੋਆਪਰੇਟਿਵ ਘਰਾਣੇ ਨੇ। ਪਹਿਲੀ ਗੱਲ ਤਾਂ ਉਹਦੇ ਵਿੱਚ ਆਰਡੀਨੈਂਸ ਦੇ ਸਾਫ਼-ਸਾਫ਼ ਜਿਹੜਾ ਲਿਖਿਆ ਹੋਇਆ ਵੀ ਨਾ ਤੁਸੀਂ ਠੇਕਾ ਲਿਖ ਸਕਦੇ ਹੋ, ਨਾ ਪਟਾ ਲਿਖ ਸਕਦੇ ਹੋ, ਨਾ ਗਹਿਣੇ ਲਿਖ ਸਕਦੇ ਹੋ। ਸਿਰਫ ਤੇ ਸਿਰਫ ਜੇ ਐਗਰੀਮੈਂਟ ਹੋਊਗਾ ਉਹ ਤੁਹਾਡੀ ਫਸਲ ਦਾ ਹੋਊਗਾ, ਨਾ ਕਿ ਤੁਹਾਡੀ ਜ਼ਮੀਨ ਦਾ। ਇਹ ਭੁਲੇਖਾ ਮਨ 'ਚੋਂ ਸਾਡੇ ਕਿਸਾਨ ਭਰਾ ਨੇ ਜਿਹੜੇ ਉਹ ਕੱਢ ਦੇਣ ਵੀ ਕੋਈ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲੂ ਜਾਂ ਹੋਰ। ਕਿਸੇ ਦੀ ਐਡੀ ਜ਼ਰੂਰਤ ਨਹੀਂ। ਸਾਡੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਸ਼ੇਰ ਨੇ, ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਕਬਜ਼ਾ ਕਰ ਲੂ, ਕੋਈ ਨਹੀਂ ਕਰ ਸਕਦਾ। ਠੀਕ ਹੈ। ਨਹੀਂ, ਤੁਸੀਂ ਇਹ ਗੱਲ ਕਹੀ ਕਿ ਖੇਤੀ ਆਰਡੀਨੈਂਸ ਬਿੱਲ ਨੇ ਕਿਸਾਨ ਪੱਖੀ ਨੇ। ਸਾਰੀਆਂ ਪਾਰਟੀਆਂ, ਰਾਜਨੀਤਿਕ ਪਾਰਟੀਆਂ ਇੱਕ ਪਾਸੇ ਹੋਈਆਂ ਪਈਆਂ ਨੇ, BJP ਇੱਕ ਪਾਸੇ ਆ। BJP ਸਹੀ ਆ ਜਾਂ ਦੂਜੀਆਂ ਗਲਤ ਨੇ, ਕੀ ਕਹੋਗੇ? ਮਾਝਾ ਸਾਹਿਬ, ਦੂਜੀਆਂ ਪਾਰਟੀਆਂ ਦੀ ਮੈਂ ਤੁਹਾਨੂੰ ਦੱਸ, ਮੇਰੇ ਲਵੇ ਕਾਪੀ ਵੀ ਕਢਾਈ ਪਈ ਆ। ਜਿਹੜਾ 2017 ਦੇ ਵਿੱਚ APMC ਐਕਟ ਵਿਧਾਨ ਸਭਾ ਦੇ ਵਿੱਚ ਲਿਆ ਕੇ ਪਾਸ ਕੀਤਾ ਕੈਪਟਨ ਸਾਹਿਬ ਨੇ। ਉਸ ਤੋਂ ਬਾਅਦ ਕੈਪਟਨ ਸਾਹਿਬ ਉੱਥੇ ਹਾਈ ਪਾਵਰ ਕਮੇਟੀ ਦੇ ਮੈਂਬਰ ਰਹੇ ਨੇ। ਦਿੱਲੀ ਦੇ ਵਿੱਚ ਮੀਟਿੰਗਾਂ ਹੋਈਆਂ, ਉਹ ਉੱਥੇ ਮੀਟਿੰਗਾਂ ਦੇ ਵਿੱਚ ਸਹਿਮਤੀ ਜਤਾ ਕੇ ਆਏ ਨੇ ਤੇ ਵਧਾਈ ਦੇ ਕੇ ਆਏ ਨੇ ਦਿੱਲੀ ਨੂੰ ਵੀ ਹੂ ਜਿਹੜਾ ਅਸੀਂ 2017 ਦੇ ਵਿੱਚ ਐਕਟ ਲਿਆਂਦਾ ਸੀ, ਤੁਸੀਂ ਉਹ ਲਿਆਂਦਾ, ਇਹਦੇ ਨਾਲ ਕਿਸਾਨ ਦਾ ਜੀਵਨ ਪੱਧਰ ਉੱਚਾ ਚੱਕਿਆ ਜਾਊਗਾ। ਮੁਬਾਰਕਬਾਦ ਆ ਤੁਹਾਨੂੰ ਬਹੁਤ। ਸਾਡੇ ਵਿੱਤ ਮੰਤਰੀ ਜੀ ਜਾ ਕੇ ਉੱਥੇ ਤਾੜੀਆਂ ਵਜਾ ਕੇ ਆਏ ਨੇ। ਉਸ ਟਾਈਮ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕਿਸਾਨ ਦੇ ਉਲਟਾ ਆ ਕੇ ਇਹਨਾਂ ਨੇ ਕਿਉਂ ਨਹੀਂ ਦੱਸਿਆ ਸਾਨੂੰ। ਅੱਜ ਇਹ ਸਰੇਆਮ ਜਿਹੜੀ ਹੋ ਰਹੀ ਆ ਰਾਜਨੀਤੀ ਹੋ ਰਹੀ ਆ, ਰਾਜਨੀਤਿਕ ਰੋਟੀਆਂ ਸਾਡੇ ਕਿਸਾਨਾਂ ਦੇ ਸਿਰ ਤੇ ਜਿਹੜੀਆਂ ਸੇਕ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ MSP ਐਵੇਂ ਚੱਲੂ, ਖਰੀਦ ਐਵੇਂ ਹੋਊ, ਪਰ ਕਿਸਾਨ ਕਹਿੰਦੇ ਨੇ ਕਿ ਵੈਸੇ ਹੀ ਕਹਿ ਰਹੇ ਨੇ, ਲਿਖਤੀ ਤਾਂ ਉਹਨਾਂ ਲਈ ਹੈ ਨਹੀਂ, ਕੋਈ ਲਿਖਤੀ ਆਰਡੀਨੈਂਸ ਤਾਂ ਇਹ ਹੈ ਨਹੀਂ। ਜਿਹੜੀ ਮਾਝਾ ਸਾਹਿਬ ਇਹ ਗੱਲ ਆ, ਜਿਹੜਾ ਕੋਈ ਵੀ ਆ ਆਰਡੀਨੈਂਸ ਆਉਂਦਾ, ਇਹਦੇ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਵੀ MSP ਨੂੰ ਅਸੀਂ ਤੋੜਦਾ। ਇੱਕ ਐਕਸਟਰਾ ਪਲੇਟਫਾਰਮ ਆ ਜਿਹੜਾ ਉਹ ਭਾਜਪਾ ਦੀ ਸਰਕਾਰ ਨੇ ਕਿਸਾਨ ਨੂੰ ਦਿੱਤਾ ਵੀ ਜਿਹਦਾ ਕਿਸਾਨ ਆਪਦੇ ਪੈਰਾਂ 'ਤੇ ਖੜਾ ਹੋ ਜਾਏ, ਕਿਸਾਨ ਦੀ ਲੁੱਟ ਨਾ ਹੋਵੇ। ਉਹਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਮੰਡੀ ਤੋੜਨ ਜਾਂ MSP ਦਾ। ਉਹ ਇਸੇ ਤਰ੍ਹਾਂ ਚੱਲਦਾ ਰਹੂਗਾ। ਇੱਕ ਐਕਸਟਰਾ ਪਲੇਟਫਾਰਮ ਦਿੱਤਾ ਵੀ ਜੇ ਕਿਸਾਨ ਨੂੰ ਫਾਇਦਾ ਹੁੰਦਾ ਤਾਂ ਸਾਨੂੰ ਇਤਰਾਜ਼ ਹੋਣਾ ਨਹੀਂ ਚਾਹੀਦਾ ਕੋਈ ਉਸ ਗੱਲ ਦਾ। ਕਿਸਾਨ ਦੀ ਜੇਬ ਦੇ ਵਿੱਚ 2 ਰੁਪਏ ਵੱਧ ਆਉਂਦੇ ਨੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ। ਉਹ ਕਿਸੇ ਨੇ MSP ਨਾ ਟੁੱਟਣਾ ਨਾ ਤੋੜਨਾ। ਪ੍ਰਧਾਨ ਮੰਤਰੀ ਨੇ ਕਿਹਾ, ਖੇਤੀਬਾੜੀ ਮੰਤਰੀ ਨੇ ਕਿਹਾ, ਸਰਕਾਰੀ ਖਰੀਦ ਇਸੇ ਤਰ੍ਹਾਂ ਚੱਲਦੀ ਰਹਿਣੀ ਆ, ਮੰਡੀ ਸਿਸਟਮ ਇਸੇ ਤਰ੍ਹਾਂ ਚੱਲਦਾ ਰਹਿਣਾ। ਉਹਦੇ ਪਰਾਂ ਇੱਕ ਐਕਸਟਰਾ ਪਲੇਟਫਾਰਮ ਕਿਸਾਨ ਨੂੰ ਦਿੱਤਾ ਵੀ ਜਿਹਦੇ ਨਾਲ ਕਿਸਾਨ ਦਾ ਫਾਇਦਾ ਹੋਵੇ। ਤੇ ਮੈਂ ਗੱਲ ਜੇ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਕਰਾਂ, ਬੜੇ ਬੜੇ ਮਾਲ ਆ ਗਏ ਆਪਣੇ, ਕਿ ਜਿਹੜੀਆਂ ਆਮ ਮੁਹੱਲੇ ਦੀਆਂ ਦੁਕਾਨਾਂ ਤੀਆਂ, ਸਾਡੀਆਂ ਆਮ ਬਾਜ਼ਾਰਾਂ 'ਚ ਦੁਕਾਨਾਂ ਤੀਆਂ, ਉਹ ਬੰਦ ਹੋ ਗਈਆਂ। ਉਹਦੇ ਨਾਲ ਇੱਕ ਉਹ ਐਕਸਟਰਾ ਉਹਨਾਂ ਨੂੰ ਪਲੇਟਫਾਰਮ ਮਿਲ ਗਿਆ, ਜਿਹਦੀ ਇੱਛਾ ਉਹ ਮਾਲ 'ਚ ਜਾ ਕੇ ਸ਼ਾਪਿੰਗ ਕਰਦਾ, ਜਿਹਦੀ ਇੱਛਾ ਆਮ ਦੁਕਾਨ 'ਤੇ ਜਾ ਕੇ ਕਰਦਾ। ਇਸੇ ਤਰ੍ਹਾਂ ਇਹਦੇ ਵਿੱਚ ਹੋਣਾ, ਜਿਹਦੀ ਇੱਛਾ ਹੋਊਗੀ ਉਹ ਮੰਡੀ 'ਚ ਵੇਚੂਗਾ, ਜਿਹਦੀ ਇੱਛਾ ਉਹ ਬਾਹਰ ਵੇਚੂਗਾ। ਜਿਹਨੇ 2 ਰੁਪਏ ਵੱਧ ਪ੍ਰੋਫਿਟ ਕਮਾਉਣੇ ਨੇ ਉਹ ਆਪਦਾ। ਸਾਡੇ ਪੜ੍ਹੇ ਲਿਖੇ ਨੌਜਵਾਨ ਅੱਜ ਬਾਹਰ ਭੱਜ ਰਹੇ ਨੇ। ਪਹਿਲਾਂ ਅਸੀਂ ਗੱਲਾਂ ਕਰਦੇ ਸੀ ਵੀ ਸਾਡੇ ਨੌਜਵਾਨਾਂ ਨੂੰ ਜੀ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈਗਾ, ਸਰਕਾਰਾਂ ਕੀ ਕਰ ਰਹੀਆਂ ਨੇ।
ਪਰ ਅੱਜ ਜੇ ਮੋਦੀ ਸਾਹਿਬ ਨੇ ਉਹ ਸੋਚ ਨਾਲ ਅੱਜ ਕੀਤਾ, ਅੱਜ ਮੋਦੀ ਸਾਹਿਬ ਪੰਜਾਬ ਨੂੰ ਫੂਡ ਹੱਬ ਬਣਾਉਣ ਵਾਸਤੇ ਜਾ ਰਹੇ ਨੇ, ਮੈਂ ਨਹੀਂ ਸਮਝਦਾ ਵੀ ਇਹ 'ਚ ਕੀ ਗਲਤ ਕਰਤਾ। ਫੂਡ ਜੁਨਟੂਰੇ ਲੱਗਣਗੇ, FPO ਬਣਾ ਕੇ ਸਾਡੇ ਕਿਸਾਨ ਭਰਾਵਾਂ ਦਾ ਸਮੂਹ ਇੱਕ ਉਹ 'ਚ ਖਰੀਦ ਕਰੂ, ਅਸੀਂ ਉਹਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਾਂਗੇ। ਅਸੀਂ ਸਾਡੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਇਹ ਇਸ ਗੱਲ 'ਚ ਅੱਗੇ ਆਉਣਗੇ, ਉਹ ਸਾਰੀ ਗੱਲ ਸਮਝਦੇ ਨੇ, ਉਹ ਕਰਨਗੇ। ਅਸੀਂ ਗੱਲ ਉਹ ਕਿਸਾਨ ਦੀ ਕਰ ਰਹੇ ਹਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਵੀ ਕਿਸਾਨ ਤਾਂ ਜੀ ਅਨਪੜ੍ਹ ਆ। ਮੈਨੂੰ ਤੁਸੀਂ ਦੱਸ ਦਿਓ, ਜੇ ਕਿਸਾਨ ਅਨਪੜ੍ਹ ਆ, ਉਹਨਾਂ ਦੇ ਬੱਚੇ ਅੱਜ ਬਾਹਰ ਭੱਜ ਰਹੇ ਨੇ ਜਿਹੜੇ ਆਈਲੈਟਸ ਕਰਕੇ, ਉਹ ਪੜ੍ਹੇ ਲਿਖੇ ਨੇ, ਉਹ ਉਰੇ ਰਹਿਣਗੇ, ਆਪਦੇ ਮਾਂ-ਬਾਪ ਦੀ ਸੇਵਾ ਕਰਨਗੇ, ਇੱਥੇ ਨਾਲੇ ਕਾਰੋਬਾਰ ਕਰਨਗੇ। ਉਹਨਾਂ ਨੂੰ ਸਾਰੀ ਇਸ ਗੱਲ ਦੀ ਸਮਝ ਆ। ਨਹੀਂ ਵੈਸੇ ਮਨਿੰਦਰ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਵੀ ਕਿਸਾਨ ਆ, ਤੁਸੀਂ ਕਿਸਾਨ ਹੋ। ਕਿਸਾਨ ਡਰਦੇ ਨੇ ਆਲੂਆਂ ਦੀ ਫਸਲ ਵਾਂਗ ਨਾ ਰੁਲ ਜੇ। ਆਲੂਆਂ ਦੀ ਫਸਲ 2 ਰੁਪਏ 3 ਰੁਪਏ ਚੱਕੀ ਜਾਂਦੀ ਆ, ਅੱਜ ਆਲੂ 40 ਰੁਪਏ ਵਿਕ ਰਿਹਾ, ਮੱਕੀ 800 ਰੁਪਏ ਨੂੰ ਵਿਕੀ ਆ, MSP 1750 ਤਕਰੀਬਨ ਹੈ ਉਹਦੀ, ਤੇ ਡਰਦੇ ਨੇ ਕਿਸਾਨ। ਫਿਰ ਤੁਸੀਂ ਸਮਝਾਓ, ਉਹਨਾਂ ਨੂੰ ਸਮਝਾਓ ਇਹ ਗੱਲਾਂ, ਉਹਨਾਂ ਦੀਆਂ ਰੈਲੀਆਂ 'ਚ ਜਾਓ, ਉਹਨਾਂ ਦੇ ਧਰਨਿਆਂ 'ਚ ਜਾ ਕੇ ਸਮਝਾਓ ਕਿ ਆਹ ਸੱਚਾਈ ਆ, ਆਹ ਹੋਣਾ। ਅਸੀਂ ਤੁਹਾਡੇ ਪ੍ਰੈਸ ਦੇ ਜ਼ਰੀਏ ਵੀ ਅਸੀਂ ਪ੍ਰੈਸ ਮੀਟਿੰਗਾਂ ਵੀ ਕਰ ਰਹੇ ਹਾਂ, ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰੈਸ ਦੇ ਜ਼ਰੀਏ ਵੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸਾਨਾਂ ਨਾਲ ਉੱਦਾਂ ਸੰਪਰਕ ਕਰਕੇ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਕਿਸਾਨਾਂ 'ਚ ਜਾ ਕੇ ਸਮਝਾ ਰਹੇ ਹਾਂ ਕਿਸਾਨ ਭਰਾਵਾਂ ਨੂੰ। ਮੈਨੂੰ ਲੱਗਦਾ ਵੀ ਇਹ ਸਾਡੀ ਗੱਲ ਆ ਜਿਹੜੀ ਜ਼ਰੂਰ ਉਹਨਾਂ ਦੇ ਵਿੱਚ ਸਮਝ 'ਚ ਆਊਗੀ। ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਜਿਹੜੇ ਸਮਝੇ ਨੇ, ਉਹ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਉਹ ਮੀਡੀਆ ਦੇ ਉੱਤੇ ਵੀ ਇੱਕ ਖਬਰ ਚੱਲ ਰਹੀ ਸੀ ਵੀ ਉਹ ਕਿਸਾਨ ਵੀ ਅੱਗੇ ਆਏ ਨੇ ਵੀ ਸਾਨੂੰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਗਮਰਾਹ ਕਰ ਰਹੀਆਂ ਨੇ, ਕਿਸਾਨ ਦੇ ਹਿੱਤ ਦੀ ਗੱਲ ਆ। ਪਰ ਅਸੀਂ ਕਿਸਾਨ ਦੇ, ਮੈਂ ਬਾਰ-ਬਾਰ ਫੇਰ ਇੱਕ ਸ਼ਬਦ ਤੁਹਾਨੂੰ ਕਹਿਣਾ ਵੀ ਮੈਂ ਕਿਸਾਨ ਦਾ ਪੁੱਤ ਆ, ਕਿਸਾਨ ਦੇ ਨਾਲ ਖੜੇ ਆ। ਜਿੰਨਾ ਚਿਰ ਸਾਡੇ ਕਿਸਾਨ ਸੈਟੀਸਫਾਈ ਨਹੀਂ ਹੁੰਦੇ ਇਸ ਗੱਲ ਤੋਂ, ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਨੂੰ ਸੈਟੀਸਫਾਈ ਕਰਾਵਾਂਗੇ ਪੂਰੀ ਤਰ੍ਹਾਂ ਨਾਲ, ਉਹਨਾਂ ਦੀ ਤਸੱਲੀ ਕਰਾ ਕੇ ਫਿਰ ਅੱਗੇ ਵਧਾਂਗੇ। ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਨਾਲ ਆ, ਪਰ ਕਿਸਾਨਾਂ ਨੇ ਅਨਾਉਂਸਮੈਂਟਾਂ ਕਰਾਤੀਆਂ, ਮਤੇ ਪਾਸ ਕਰਤੇ ਕਿ BJP ਨੂੰ ਪਿੰਡਾਂ 'ਚ ਵੜਨ ਨਹੀਂ ਦਿਆਂਗੇ, BJP ਦੀ ਜੋ ਵੀ ਭਾਈਵਾਲ ਪਾਰਟੀ ਹੋਊਗੀ ਉਸ ਨੂੰ ਵੀ ਵੜਨ ਨਹੀਂ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਤੇ ਗੱਲ ਆ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਤੋੜਿਆ। ਹੁਣ ਤੁਸੀਂ ਆਉਣ ਵਾਲੀਆਂ ਚੋਣਾਂ 'ਚ ਕਿਵੇਂ ਵੜੋਗੇ ਜਦੋਂ ਲੋਕ ਤਾਂ ਕਹਿੰਦੇ ਨੇ ਅਸੀਂ BJP ਨੂੰ ਵੜਨ ਨਹੀਂ ਦੇਣਾ? ਦੇਖੋ ਮਾਝਾ ਸਾਹਿਬ, ਇਹ ਥੋੜ੍ਹੇ ਟਾਈਮ ਦੀ ਗੱਲ ਆ। ਜਦੋਂ ਸਾਰਾ ਕੁਝ ਸਾਹਮਣੇ ਆ ਗਿਆ, ਜੇ ਇਹਦਾ ਕੋਈ ਫਾਇਦਾ ਹੋਣਾ ਤਾਂ ਉਹ BJP ਨੂੰ ਹੋਊਗਾ, ਜੇ ਇਹਦੇ ਚੰਗੇ ਰਿਜ਼ਲਟ ਰਹਿਣਗੇ ਤਾਂ ਸਾਨੂੰ ਫਾਇਦਾ ਹੋਊ। ਜੇ ਇਹਦਾ ਕੋਈ ਬੈਕਫਾਇਰ ਹੋਇਆ, ਕੋਈ ਡਰਾਬੈਕ ਹੋਇਆ ਤਾਂ ਉਹਦਾ ਨੁਕਸਾਨ ਸਾਨੂੰ ਹੋਊ, ਅਸੀਂ ਉਹ ਨੁਕਸਾਨ ਚੱਲਣ ਨੂੰ ਵੀ ਤਿਆਰ ਆ। ਪਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਬੜੀ ਛੇਤੀ ਇਸ ਗੱਲ ਨੂੰ ਸਮਝਣਗੇ। ਕੋਈ ਇਹੋ ਜਿਹੀ ਗੱਲ ਨਹੀਂ ਵੀ ਸਾਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ ਉਹਨਾਂ ਨੇ ਜਾਂ ਸਾਨੂੰ ਰੋਕਣਗੇ। ਉਹ ਜਿਹੜੀਆਂ ਰਾਜਨੀਤਿਕ ਕੁਝ ਪਾਰਟੀਆਂ ਨੇ ਉਹਨਾਂ ਦੀ ਸ਼ਰਾਰਤਬਾਜ਼ੀ ਆ ਇਹ, ਵੀ ਇਸ ਤਰ੍ਹਾਂ ਕਹਾ ਦਿਓ, ਪਤਾ ਨਹੀਂ ਇਹ ਨਹੀਂ ਜਾਣਗੇ ਆਪਦੇ ਭਾਈਚਾਰੇ ਲਵੇ। ਸਾਡਾ ਭਾਈਚਾਰਾ ਤਾਂ ਸਾਨੂੰ ਪੁੱਛ ਰਿਹਾ ਵੀ ਸਾਨੂੰ ਇੰਨਾ ਡਰਾਤਾ, ਸਾਨੂੰ ਦੱਸ ਤਾਂ ਦਿਓ ਗੱਲ ਕੀ ਆ, ਸਾਨੂੰ ਸਮਝ ਤਾਂ ਆ ਜੇ। ਉਹ ਤਾਂ ਵਿਚਾਰੇ ਡਰੇ ਬੈਠੇ ਨੇ, ਉਹਨਾਂ ਨੂੰ ਪਤਾ ਹੀ ਕੱਖ ਨਹੀਂ। ਮੈਨੂੰ ਦੱਸ ਦੇਣ ਵੀ ਕਿੰਨੇ % ਲੋਕਾਂ ਨੇ ਜਿਹੜਾ ਆਰਡੀਨੈਂਸ ਪੜ੍ਹਿਆ। ਅਸੀਂ ਕਹਿੰਦੇ ਇਹਨੂੰ ਪੜ੍ਹੋ, ਸਾਡੇ ਕਿਸਾਨਾਂ ਦੇ ਬੱਚੇ ਪੜ੍ਹੇ ਲਿਖੇ ਨੇ, ਉਹ ਪੜ੍ਹਨ, ਪੜ੍ਹ ਕੇ ਜੇ ਇਹਦੇ ਵਿੱਚ ਕੋਈ ਕਮੀ ਆ ਅਸੀਂ ਉਹਨਾਂ ਦੇ ਨਾਲ ਖੜ੍ਹੇ ਆ, ਅਸੀਂ ਉਹਨਾਂ ਦੇ ਨਾਲ ਜਾ ਕੇ ਉਸ ਮਸਲੇ ਨੂੰ ਹੱਲ ਕਰਾਉਣ ਲਈ ਤਿਆਰ ਹੋਵਾਂਗੇ। ਕਿਸਾਨ ਡਰਦੇ ਨੇ ਕਿ ਸਾਡੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ, ਕਾਰਪੋਰੇਟ ਘਰਾਣੇ ਆਉਣਗੇ, ਜੇ ਸਾਡੇ ਲਵੇ 2-4 ਕਿੱਲੇ ਨੇ, 10 ਕਿੱਲੇ ਨੇ, ਉਹ ਖੋਹ ਲਏ ਜਾਣਗੇ, ਉਹ ਕਰਨਗੇ, ਉੱਥੇ ਸਾਨੂੰ ਟਿਫਨ ਚੱਕਣੇ ਪੈਣਗੇ। ਕੀ ਕਹੋਗੇ? ਬਿਲਕੁਲ ਵੀ ਮਾਝਾ ਸਾਹਿਬ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਆਰਡੀਨੈਂਸ ਦੇ ਵਿੱਚ ਸਾਫ਼-ਸਾਫ਼ ਜਿਹੜੀ ਇੱਕ ਲਾਈਨ ਲਿਖੀ ਹੋਈ ਆ, ਤੁਹਾਨੂੰ ਵੀ ਮੈਂ ਉਹ ਕਾਪੀ ਦੇ ਦੂੰਗਾ, ਤੁਸੀਂ ਵੀ ਪੜ੍ਹ ਕੇ ਅੱਗੇ ਕਿਸਾਨਾਂ ਨੂੰ ਜਿਹੜਾ ਅਗਾਹ ਕਰੋਗੇ। ਉਹਦੇ ਵਿੱਚ ਲਿਖਿਆ ਨਾ ਜਿਹੜੀ ਕੰਪਨੀ ਆ ਠੇਕਾ ਲਿਖ ਸਕਦੀ ਆ ਕਿਸਾਨ ਨਾਲ, ਨਾ ਪਟੇ 'ਤੇ ਲਿਖ ਸਕਦੀ ਆ, ਨਾ ਲੀਜ਼ 'ਤੇ ਲਿਖ ਸਕਦੀ ਆ, ਨਾ ਗਹਿਣਾ ਲਿਖ ਸਕਦੀ ਆ। ਉਹ ਸਾਫ਼ ਉਹਦੇ ਵਿੱਚ ਹਦਾਇਤ ਦਿੱਤੀ ਹੋਈ ਆ ਵੀ ਜੇ ਐਗਰੀਮੈਂਟ ਹੋਣਾ ਤਾਂ ਉਹ ਇਕੱਲੀ ਫਸਲ ਦਾ ਹੋਣਾ, ਨਾ ਕਿ ਉਹਨਾਂ ਦੀ ਜ਼ਮੀਨ ਦਾ ਹੋਣਾ। ਇਹੀ ਭੁਲੇਖੇ ਪਾ ਕੇ ਸਾਡੇ ਕਿਸਾਨਾਂ ਨੂੰ ਜਿਹੜਾ ਉਲਝਾਇਆ ਜਾ ਰਿਹਾ। ਕੋਈ ਮੰਡੀਕਰਨ ਤੋੜਨ ਦੀ ਜਾਂ MSP ਦੀ ਗੱਲ ਆਪਾਂ ਕਰਦੇ ਹਾਂ, ਉਹ ਵੀ ਲਿਖਤੀ ਰੂਪ 'ਚ ਆ ਕਿ ਮੰਡੀਕਰਨ ਤੋੜਿਆ ਨਹੀਂ ਜਾਊਗਾ ਤੇ ਫਸਲਾਂ ਪੂਰੇ ਭਾਅ 'ਚ ਵਿਕਣਗੀਆਂ। ਮੰਡੀਕਰਨ ਪਹਿਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ। ਇੱਕ ਜਿਹੜਾ MSP ਆ ਉਹ ਵੀ ਬਰਬਰੀ ਇਸੇ ਤਰ੍ਹਾਂ ਤੋਂ ਚੱਲਿਆ ਆ ਰਿਹਾ। ਉਸ ਸਬਜੈਕਟ ਨੂੰ ਕੋਈ ਛੇੜੇ ਹੀ ਨਹੀਂ ਗਿਆ। ਇਹ ਜਿਹੜਾ ਆਰਡੀਨੈਂਸ ਆ ਉਹ ਬਿਲਕੁਲ ਉਹ ਤੋਂ ਹਟ ਕੇ ਇੱਕ ਐਕਸਟਰਾ ਪਲੇਟਫਾਰਮ ਜਿਹੜਾ ਸਰਕਾਰ ਨੇ ਦਿੱਤਾ, ਉਹਨੂੰ ਮੈਂਸ਼ਨ ਕਰਨ ਦੀ ਲੋੜ ਸਾਨੂੰ ਤਾਂ ਪੈਂਦੀ ਜੇ ਅਸੀਂ ਉਹ ਐਕਟ ਛੇੜਦੇ, ਉਸ ਨੂੰ ਛੇੜਦੇ। ਉਹ ਤਾਂ ਛੇੜ ਹੀ ਨਹੀਂ ਕਿਸੇ ਨੇ ਵੀ ਇਹ ਤਾਂ ਐਜ ਇਟ ਇਜ਼ ਚੱਲ ਰਿਹਾ। ਇੱਕ ਐਕਸਟਰਾ ਪਲੇਟਫਾਰਮ ਦਿੱਤਾ, ਜਿਹੜਾ ਐਕਸਟਰਾ ਪਲੇਟਫਾਰਮ ਦਿੱਤਾ ਉਹਦੇ ਵਿੱਚ ਸਾਰਾ ਕੁਝ ਕਿਸਾਨ ਦੇ ਹੱਕ ਦੇ ਵਿੱਚ ਰੱਖਿਆ। ਪਰ ਜੇ ਕੋਈ ਕਮੀ ਆ ਤਾਂ ਉਹ ਦੂਰ ਕਰਾਉਣ ਵਾਸਤੇ ਅਸੀਂ ਵਚਨਬੱਧ ਆ। ਆਉਣ ਵਾਲੇ ਸਮੇਂ 'ਚ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਤੋੜਿਆ, ਉਹਦੇ ਲਈ ਸਾਨੂੰ ਖੁਸ਼ੀ ਆ। ਆਉਣ ਵਾਲੇ ਸਮੇਂ 'ਚ ਕੀ ਰਣਨੀਤੀ ਹੋਊਗੀ? ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਕੀ ਰਣਨੀਤੀ ਹੋਊ BJP ਦੀ? ਅਸੀਂ 117 ਸੀਟਾਂ ਦੇ ਉੱਤੇ ਪੂਰੀ ਸਾਡੀ ਤਿਆਰੀ ਆ ਭਾਰਤੀ ਜਨਤਾ ਪਾਰਟੀ ਦੀ। ਸਾਨੂੰ ਬੜੇ ਲੋਕਾਂ ਦੇ ਫੋਨ ਆਉਂਦੇ ਸੀ
ਵੀ ਤੁਸੀਂ ਜਦੋਂ ਅਲੱਗ ਹੋ ਗਏ ਅਸੀਂ ਤੁਹਾਡੇ ਨਾਲ ਆਵੇ। ਅੱਜ ਵੀ ਮੈਨੂੰ ਬਹੁਤ ਸਾਰੇ ਸਰਪੰਚਾਂ ਦੇ ਪਿੰਡਾਂ ਦੇ ਵਿੱਚੋਂ ਫੋਨ ਆ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਨਾਲ ਚੱਲਾਂਗੇ। ਅਕਾਲੀ ਦਲ ਨੂੰ ਆਉਣ ਵਾਲੇ ਸਮਾਂ ਦੇ ਵਿੱਚ ਪਿੰਡਾਂ 'ਚ ਪੈਰ ਧਰਨ ਨੂੰ ਕਿਤੇ ਥਾਂ ਨਹੀਂ ਮਿਲਣਾ। ਜਿਹੜੇ ਇਹਨਾਂ ਨੇ ਕੀਤੀਆਂ ਹੋਈਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੇ ਉਹ ਸਾਹਮਣੇ ਉਹਨਾਂ ਦਾ ਜਵਾਬ ਲੋਕ ਇਹਨਾਂ ਤੋਂ ਮੰਗਣਗੇ। ਇਹਨਾਂ ਤੋਂ ਜਵਾਬ ਦਿੱਤਾ ਨਹੀਂ ਜਾਣਾ। ਅੱਜ ਅਕਾਲੀ ਦਲ ਬਖਲਾਟ 'ਚ ਜਿਹੜੇ ਊਟ ਪਟਾਂਗ ਫੈਸਲੇ ਲੈ ਰਿਹਾ, ਕਦੇ ਕਹਿੰਦਾ ਵੀ ਮੈਂ ਉੱਥੇ ਬੰਬ ਸਿੱਟਤਾ, ਕਦੇ ਕਹਿੰਦਾ ਸਾਨੂੰ ਨਹੀਂ ਕੋਈ ਉਹ ਬੰਬਾਂ ਦੀ ਫਰਕ, ਕਿਹੜਾ ਬੰਬ ਇਹਨਾਂ ਨੇ ਡੇਗਤਾ ਉਸ ਗੱਲ ਨਾਲ ਕਿਹਨੂੰ ਫਰਕ ਪੈਣਾ। ਇਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਣਾ। ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕਾਰਿਆਕਰਤਾ ਨੁਮਾਇੰਦੇ ਨੇ ਉਹ ਡਟ ਕੇ ਜਿਹੜਾ ਕੰਮ ਕਰਨਗੇ, ਆਪਦੇ ਭਾਈਚਾਰੇ ਵਾਸਤੇ ਕੰਮ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ 2022 'ਚ ਆ ਉਹ ਸਰਕਾਰ ਬਣਾ ਕੇ ਅਸੀਂ ਨਿਕਲਾਂਗੇ। ਮਨਿੰਦਰ ਜੀ, ਤੁਹਾਨੂੰ ਨਹੀਂ ਲੱਗਦਾ ਕਿਸਾਨਾਂ ਦੀਆਂ ਜੇ ਮੰਗਾਂ ਮੰਨੀਆਂ ਜਾਣਗੀਆਂ ਬੀਜੇਪੀ ਵੀ ਤਾਂ ਪਿੰਡਾਂ 'ਚ ਵੜੂ, ਨਹੀਂ ਬੀਜੇਪੀ ਨੂੰ ਵੀ ਨਹੀਂ ਵੜਨ ਦੇਣਾ? ਬਿਲਕੁਲ, ਸਭ ਤੋਂ ਪਹਿਲਾ ਕੰਮ ਸਾਡਾ ਇਹੀ ਆ ਵੀ ਕਿਸਾਨ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਸੈਟੀਸਫਾਈ ਕਰਾਈਏ ਇਸ ਗੱਲ ਦੇ ਉੱਤੇ। ਇਹ ਬੜਾ 1-2 ਦਿਨਾਂ ਦੇ ਵਿੱਚ ਮਾਝਾ ਸਾਹਿਬ ਜਿਹੜਾ ਮਸਲਾ ਪੂਰਾ ਹੱਲ ਹੋ ਜਾਣਾ। ਕਿਸਾਨ ਜਥੇਬੰਦੀਆਂ ਨਾਲ ਸਾਡਾ ਤਾਲਮੇਲ ਚੱਲ ਰਿਹਾ, ਉਹਨਾਂ ਨੂੰ ਟੇਬਲ ਤੇ ਬਿਠਾ ਕੇ ਜਿਹੜੇ ਇਹਨਾਂ ਦੇ ਸ਼ੰਕੇ ਨੇ ਉਹ ਦੂਰ ਕਰਕੇ, ਜੇ ਕੋਈ ਕਮੀ ਪੇਸ਼ੀ ਵੀ ਹੋਈ ਉਹ ਵੀ ਦੂਰ ਹੋ ਜੂ। ਕੋਈ ਭਾਜਪਾ ਦੀ ਜਿਹੜੀ ਸਰਕਾਰ ਆ ਕਿਸਾਨ ਦੇ ਵਿਰੋਧ 'ਚ ਨਹੀਂ, ਕਿਸਾਨ ਦੇ ਹੱਕ 'ਚ, ਕਿਸਾਨ ਦਾ ਭਲਾ ਚਾਹੁੰਦੀ ਆ। ਪਰ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਵੀ ਕੋਈ ਗੱਲ ਵਿੱਚ ਅਮੈਂਡਮੈਂਟ ਕਰਨੀ ਪਈ ਤਾਂ ਉਹ ਕਰਨ ਲਈ ਤਿਆਰ। ਸੋ ਇਹ ਸਨ ਬੀਜੇਪੀ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਕਪਿਆਲ, ਜਿਨ੍ਹਾਂ ਨੇ ਕਿਹਾ ਕਿ ਅਸੀਂ ਆਜ਼ਾਦ ਹੋਇਆ, ਬੀਜੇਪੀ ਆਜ਼ਾਦ ਹੋਈਆ, ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜਿਆ, ਗੱਠਜੜ ਤੋੜਿਆ, ਉਹਦਾ ਸਾਨੂੰ ਫਾਇਦਾ ਹੋਣਾ। ਕਿਉਂਕਿ ਬੀਜੇਪੀ ਵੀ ਪਹਿਲਾਂ ਤੋਂ ਚਾਹੁੰਦੀ ਸੀ, ਲੋਕ ਕਹਿੰਦੇ ਸੀ ਕਿ ਬੀਜੇਪੀ ਇਕੱਲੀ ਉਹ ਲੜੇ ਚੋਣਾਂ ਆਉਣ ਵਾਲੇ ਸਮੇਂ 'ਚ। ਤੇ ਉਹਨਾਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਬਿੱਲ ਕਿਸਾਨਾਂ ਦੇ ਹਿਤੈਸ਼ੀ ਨੇ ਅਤੇ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਇਹ ਕਿਸਾਨ ਵਿਰੋਧੀ ਨਹੀਂ, ਕਿਸਾਨਾਂ ਦੇ ਹਿਤੈਸ਼ੀ ਨੇ। ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।